पराली दी पशु पालन च वरतो इस विषय ते डॉक्टर जैसमीन दे नाल गलबात होएगी। हैप्पी सिस्टर नाल कनक दी बजाई इस विषय ते डॉक्टर आर.एस. रंधावा दे नाल गलबात सुनवाई जाएगी। झोने दी पराली दी संभाल लई उपराले इस विषय ते इंजीनियर अमनप्रीत सिंह कई दे नाल गलबात होवेगी। गीत संगीत होवेगा। कल दा प्रोग्राम होएगा, दस्या जाएगा ते मौसम दा हाल सुनवाया जाएगा। बिल्कुल जी, ਆਪਾਂ ਗੱਲ ਕਰਨੇ ਇੰਜੀਨੀਅਰ ਅਮਨਪ੍ਰੀਤ ਸਿੰਘ ਘਈ ਆਪਣੇ ਨਾਲ ਜੁੜੇ ਆ। ਅੱਛਾ, ਅਮਨਪ੍ਰੀਤ ਸਿੰਘ ਘਈ ਜੀ। ਅੱਛਾ, ਇਹ ਖੇਤੀਬਾੜੀ ਇੰਜੀਨੀਅਰ ਨੇ, ਜ਼ਿਲ੍ਹਾ ਲੁਧਿਆਣਾ ਚ ਆਪਣੀ ਸੇਵਾ ਨਿਭਾਉਂਦੇ ਆ। ਠੀਕ ਹੈ। ਤੇ ਹੈਲੋ ਹਾਂਜੀ, ਇੰਜੀਨੀਅਰ ਅਮਨਪ੍ਰੀਤ ਸਿੰਘ ਘਈ ਜੀ, ਸਵਾਗਤ ਹੈ ਤੁਹਾਡਾ ਦਿਹਾਤੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਸੋ ਗੱਲ ਹੈ ਕਿ ਰੰਗਾ ਸਿੰਘ ਮੇਰੇ ਨਾਲ ਨੇ ਤੇ ਆਪਾਂ ਗੱਲ ਇਹੀ ਕਰਨ ਡੇ ਸੀ ਵੀ ਪਰਾਲੀ ਵਾਹਵਾ ਹੋ ਗਈ ਹੈ ਤੇ ਪਰਾਲੀ ਨੂੰ ਸਾਂਭਣਾ ਬੜਾ ਜ਼ਰੂਰੀ ਹੈ। ਸਮਾਂ ਬੜਾ ਢੁਕਵਾਂ ਚੱਲਣ ਡਿਆ ਤੇ ਤੁਸੀਂ ਮਾਹਿਰ ਹੋ। ਸਭ ਤੋਂ ਪਹਿਲਾਂ ਤੇ ਦੱਸੋ ਕਿ ਪਰਾਲੀ ਨੂੰ ਜੇ ਆਪਾਂ ਬਚਾਉਣਾ ਹੈ, ਜ਼ਮੀਨ 'ਚ ਵਾਹੁਣਾ ਹੈ, ਤੇ ਕੀ ਫਾਇਦੇ ਸਾਡੇ ਕਿਸਾਨ ਨੂੰ ਹੋ ਸਕਦੇ ਨੇ? ਇਸ ਮਾਧਿਅਮ ਰਾਹੀਂ ਜ਼ਰੂਰ ਜਰਾ ਵਜ਼ਾਹਤ ਕਰੋ ਬਤੌਰ ਮਾਹਿਰ। ਹਾਂ ਠੀਕ ਹੈ ਜੀ, ਇਹ ਬਹੁਤ ਵਧੀਆ ਸਵਾਲ ਹੈ ਤੁਹਾਡਾ ਜੀ। ਇਹ ਜਿਹੜੀ ਝੋਨੇ ਦੀ ਪਰਾਲੀ ਹੈ ਜੀ, ਇਹਨੂੰ ਮੈਂ ਦੱਸਣਾ ਇਹ ਚਾਹੁੰਦਾ ਕਿ ਆਮ ਤੌਰ ਤੇ ਕਈ ਸਾਡੇ ਜਿਹੜੇ ਕਿਸਾਨ ਵੀਰ ਹੈ ਉਹ ਇਹ ਸਮਝ ਲੈਂਦੇ ਆ ਵੀ ਇਹ ਜਿਸ ਤਰ੍ਹਾਂ ਆਪਾਂ ਇਹਨੂੰ ਫਸਲਾਂ ਦੀ ਰਹਿੰਦ ਖੂੰਹਦ ਕਹਿ ਦਿੰਦੇ ਆ, ਤਾਂ ਇਹ ਐਕਚੁਅਲੀ ਇਹ ਰਹਿੰਦ ਖੂੰਹਦ ਨਹੀਂ ਹੁੰਦੀ ਜੀ। ਇਹਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਤੱਤ ਹੈ, ਜਿਹੜੇ ਅਸੀਂ ਫਸਲ ਨੂੰ, ਪਿਛਲੀ ਫਸਲ ਨੂੰ ਆਪਾਂ ਪਾਏ ਸੀ ਖਰੀਦ ਕੇ, ਉਹ ਸਾਰੇ ਤੱਤ ਜਿਹੜੇ ਆ ਉਹਦੇ ਚੋਂ ਕਾਫੀ ਵੱਡਾ ਹਿੱਸਾ ਇਹਨਾਂ ਦੇ ਵਿੱਚ ਹੀ ਪਿਆ ਹੁੰਦਾ ਪਰਾਲੀ ਦੇ ਵਿੱਚ ਜੀ। ਤੇ ਉਹ ਤੱਤ ਜਿਹੜੇ ਆ ਉਹ ਜੇਕਰ ਇਹ ਪਰਾਲੀ ਸਾਡੇ ਖੇਤ ਦੇ ਵਿੱਚ ਰਹਿ ਜਾਵੇਗੀ ਤਾਂ ਉਹ ਤੱਤ ਸਮੇਂ ਦੇ ਨਾਲ ਹੌਲੀ ਹੌਲੀ ਨਸ਼ਟ ਹੋ ਕੇ ਜਿਹੜੇ ਆ ਉਹ ਫਸਲ ਦੇ ਵਿੱਚ, ਮਿੱਟੀ ਦੇ ਵਿੱਚ ਰਲ ਜਾਣਗੇ। ਕੀ ਬਾਤ ਹੈ। ਮਿੱਟੀ ਦੇ ਵਿੱਚ ਮਿਲ ਜਾਣਗੇ ਤੇ ਸਾਡੀ ਮਿੱਟੀ ਦੀ ਜਿਹੜੀ ਤਾਕਤ ਆ, ਜਿਹੜੀ ਸਾਡੀ ਉਪਜਾਊ ਸ਼ਕਤੀ ਹੈ, ਉਹ ਵਧੇਗੀ ਸਾਡੀ ਜੀ। ਜੇਕਰ ਅਸੀਂ ਇਹਨੂੰ ਕਿਸੇ ਤਰ੍ਹਾਂ ਖੇਤ ਚੋਂ ਅਸੀਂ ਸਾੜ ਦਿੰਨੇ ਆ, ਜਿਹੜੇ ਕਿਸਾਨ ਵੀਰ ਕੁਝ ਕਰ ਲੈਂਦੇ ਆ ਇਸ ਤਰ੍ਹਾਂ, ਤਾਂ ਉਹ ਸਾਰੇ ਜਿਹੜੇ ਤੱਤ ਆ ਉਹ ਆਪਾਂ ਉਹਨੂੰ ਸਾੜ ਕੇ ਜਿਹੜੀ ਅੱਗ ਲਗਾ ਦਿੰਨੇ ਆ ਤੇ ਉਹ ਬਿਲਕੁਲ ਖਤਮ ਹੋ ਜਾਂਦੇ ਆ। ਤੇ ਉਹ ਫਿਰ ਸਾਨੂੰ ਸਾਰੇ ਤੱਤ ਜਿਹੜੇ ਆ ਉਹ ਫਿਰ ਦੁਬਾਰਾ ਖਰੀਦ ਕੇ ਅਗਲੀ ਫਸਲ ਨੂੰ ਸਾਨੂੰ ਪਾਉਣੇ ਪੈਂਦੇ ਆ। ਇਹ ਸਾਡਾ ਬੜਾ ਵੱਡਾ ਨੁਕਸਾਨ ਹੋ ਜਾਂਦਾ, ਜਿਹੜਾ ਕਿ ਅਸੀਂ ਕਿਸਾਨਾਂ ਨੂੰ ਸਮਝਾਉਂਦੇ ਆ ਆਪਣੇ ਅਲੱਗ-ਅਲੱਗ ਤਰੀਕਿਆਂ ਦੇ ਨਾਲ, ਕੈਂਪਾਂ ਦੇ ਰਾਹੀਂ ਜਾਂ ਹੋਰ ਤਰੀਕਿਆਂ ਰਾਹੀਂ ਜੀ। ਹਾਂਜੀ, ਤੇ ਇਹ ਜਿਹੜੀ ਪਰਾਲੀ ਦੇ ਵਿੱਚ, ਜੇ ਮੈਂ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹਾਂ ਕਿ ਪਰਾਲੀ ਦੇ ਵਿੱਚ ਜਿਹੜੇ ਤੱਤ ਹੁੰਦੇ ਆ, ਜੇ ਉਹਨਾਂ ਦਾ ਮੈਂ ਥੋੜਾ ਜਿਹਾ ਆਈਡੀਆ ਲਾ ਕੇ ਦੱਸਾਂ ਉਹਨਾਂ ਨੂੰ, ਤਾਂ ਜੇ ਸਾਡੀ ਇੱਕ ਕਿੱਲੇ ਦੇ ਵਿੱਚ ਸਾਨੂੰ ਜੇ ਤਕਰੀਬਨ 25 ਤੋਂ 30 ਕੁਇੰਟਲ ਝਾੜ ਮਿਲ ਜਾਂਦਾ, ਤਾਂ ਤਕਰੀਬਨ 25 ਤੋਂ 30 ਕੁਇੰਟਲ ਹੀ ਸਾਡੀ ਪਰਾਲੀ ਜਿਹੜੀ ਆ ਉਹ 1 ਏਕੜ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦੀ ਹੈ। ਬਿਲਕੁਲ। ਤੇ ਜਿਹੜੀ ਪੰਜਾਬ 'ਚ ਜੇ ਪੂਰੇ 'ਚ ਲਾਈਏ ਤਾਂ ਕਾਫੀ ਬਣ ਜਾਂਦੀ ਆ, 200 ਲੱਖ ਟਨ ਪਰਾਲੀ ਬਣ ਜਾਂਦੀ ਹੈ ਤੇ ਬਹੁਤ ਵੱਡੀ ਕੁਆਂਟਿਟੀ ਇਹ ਹੋ ਜਾਂਦੀ ਹੈ। ਤੇ ਜੇ ਅਸੀਂ 1 ਟਨ ਦੀ ਪਰਾਲੀ ਵੀ ਅਸੀਂ ਆਪਾਂ ਸਾੜ ਬੈਠੇ ਆ ਤਾਂ ਉਹਦੇ 'ਚ ਤਕਰੀਬਨ ਜਿਹੜੀ 5.5 ਕਿਲੋ ਦੀ ਨਾਈਟ੍ਰੋਜਨ ਜਿਹੜੀ ਹੁੰਦੀ ਹੈ ਸਾਡੇ ਉੱਥੇ 1 ਟਨ ਪਰਾਲੀ 'ਚ, ਉਹ ਸੜ ਜਾਂਦੀ ਹੈ ਜੀ। ਤੇ ਇਸੇ ਤਰ੍ਹਾਂ ਹੀ ਤਕਰੀਬਨ 25 ਕਿਲੋ ਜਿਹੜੀ ਆ ਉਹਦੇ 'ਚ ਪੋਟਾਸ਼ ਹੁੰਦੀ ਆ, ਉਹ ਵੀ ਸੜ ਜਾਂਦੀ ਹੈ ਸਾਡੇ। ਤੇ ਸਲਫਰ ਵੀ ਜਿਹੜੀ ਆ 1.25 ਕਿਲੋ ਦੇ ਨੇੜੇ ਤੇੜੇ ਸਲਫਰ ਹੁੰਦੀ ਆ, ਉਹ ਵੀ ਸੜ ਜਾਂਦੀ ਆ। ਤੇ ਜਿਹੜੀ ਇੱਕ ਕਾਰਬਨ ਹੁੰਦੀ ਹੈ ਸਾਡੀ, ਉਹ ਵੀ 400 ਕਿਲੋ ਦੇ ਆਸ-ਪਾਸ ਹੁੰਦੀ ਹੈ, ਉਹ ਵੀ ਸੜ ਜਾਂਦੀ ਹੈ। ਦੇਖੋ ਕਈ ਸਾਹਿਬ, ਦੇਖੋ ਇਹ ਤੱਤਾਂ ਤੋਂ ਇਲਾਵਾ ਨੁਕਸਾਨ ਵਾਤਾਵਰਨ ਦਾ ਜਿਹੜਾ ਹੁੰਦਾ ਉਹ ਅਲੱਗਾ ਹੈ ਹਨਾ। ਬਹੁਤ ਇਹਦੇ ਕਿੰਨੇ ਹਾਦਸੇ ਸੜਕਾਂ ਦੇ ਵਾਪਰ ਜਾਂਦੇ ਆ ਹਨਾ। ਬਿਲਕੁਲ ਜੀ, ਜਦੋਂ ਧੂੰਆਂ ਹੁੰਦਾ ਤੇ ਜਿਹੜੇ ਸੜਕਾਂ ਦੇ ਕੰਢੇ ਤੇ ਖੇਤ ਹੈ, ਉੱਥੇ ਜਿਹੜਾ ਹਾਦਸੇ ਵਾਪਰਨ ਦਾ ਕਾਰਨ ਜਿਹੜਾ ਉਹ ਇਹ ਬਣ ਸਕਦੇ ਆ। ਅੱਛਾ, ਹੁਣ ਕਈ ਸਾਹਿਬ ਗੱਲ ਇਹ ਹੈ ਕਿ ਇਹ ਜਿਹੜੇ ਵਰਤਾਰਾ ਕਈ ਕਿਸਾਨ ਕਰਦੇ ਆ, ਮੈਂ ਨਾ ਮੰਨਣ ਵਾਲੀ ਗੱਲ, ਕਈ ਕਿਸਾਨ ਜਿਹੜੇ ਅਜੇ ਵੀ ਪਰਾਲੀ ਨੂੰ ਸਾੜ ਕੇ ਆਪਣੇ ਪੈਰ ਤੇ ਆਪ ਘੋੜਾ ਮਾਰਦੇ ਆ, ਉਹਨਾਂ ਨੂੰ ਹੁਣ ਤੁਸੀਂ ਇਸ ਮਾਧਿਅਮ ਰਾਹੀਂ ਸਮਝਾਓ ਕਿ ਕਿਹੜੀਆਂ ਮਸ਼ੀਨਾਂ ਵਰਤੀਆਂ ਜਾ ਸਕਦੀਆਂ, ਕੀ ਕੀਤਾ ਜਾ ਸਕਦਾ। ਕੋਈ ਅੱਗ ਲਾਣਾ ਸਭ ਤੋਂ ਸੌਖਾ ਹੈ, ਤੀਲੀ ਨਾਲ ਬਾਲਣਾ ਸਭ ਤੋਂ ਸੌਖਾ ਕੰਮ ਹੈ, ਪਰ ਥੋੜੀ ਜਿਹੀ ਅਗਰ ਮਿਹਨਤ ਕਰੀਏ, ਤੁਸੀਂ ਫਰਮਾਇਆ ਹੀ ਹੈ ਵੀ ਕਿੰਨੀ ਨਾਈਟ੍ਰੋਜਨ, ਕਿੰਨੀ ਫਾਸਫੋਰਸ, ਕਿੰਨੀ ਪੋਟਾਸ਼ ਜਿਹੜੀ ਜ਼ਮੀਨ ਤੋਂ ਆਪਾਂ ਖੋਹ ਲੈਂਦੇ ਆ ਸਾੜ ਕੇ, ਤੇ ਜੇ ਜ਼ਮੀਨ 'ਚ ਪਾਉਂਦੇ ਆਪਾਂ ਤੇ ਫਾਇਦਾ ਕਿੰਨਾ ਹੋ ਸਕਦਾ। ਸੋ ਕਿਹੜੇ ਢੰਗ ਤਰੀਕੇ, ਕਣਕ ਦੀ ਬਿਜਾਈ ਤੋਂ ਪਹਿਲਾਂ ਜਾਂ ਹੋਰ ਜਾਂ ਸਬਜ਼ੀਆਂ ਦੀ ਕਾਸ਼ਤ ਕਰਨੀ, ਕਿਹੜੇ ਢੰਗ ਤਰੀਕੇ ਅਪਣਾਏ ਜਾ ਸਕਦੇ ਆ? ਬਿਲਕੁਲ। ਮੈਂ ਨਾ ਇਹ ਗੱਲ ਆਪਣੀ ਮੈਂ ਇੱਥੋਂ ਸ਼ੁਰੂ ਕਰਦਾ ਕਿ ਜਿਹੜਾ ਸਾਡਾ ਇੱਕ ਨਾਰਾ ਵੀ ਅਸੀਂ ਦਿੰਦੇ ਆ ਕਿ ਸਾੜ ਨਾ ਖੇਤ ਪਰਾਲੀਆਂ, ਕਰ ਕੋਈ ਹੋਰ ਉਪਾਅ, ਯੁੱਗ ਵਿਗਿਆਨ ਦਾ ਆ ਗਿਆ ਤੂੰ ਕਿਉਂ ਬੇਪਰਵਾਹ। ਕੀ ਬਾਤ ਹੈ। ਮੈਂ ਇਹੀ ਕਿਸਾਨ ਵੀਰਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਹੁਣ ਵਿਗਿਆਨ ਦਾ ਯੁੱਗ ਆ ਚੁੱਕਿਆ ਹੋਇਆ। ਸਹੀ ਗੱਲ ਹੈ। ਤੇ ਵਿਗਿਆਨ ਦਾ ਯੁੱਗ ਦਾ ਮਤਲਬ ਇਹ ਹੈ ਕਿ ਸਾਡੇ ਕੋਲੇ ਤਕਰੀਬਨ ਹਰੇਕ ਸਮੱਸਿਆ ਦਾ ਜਿਹੜਾ ਉਹ ਹੱਲ ਕੱਢਿਆ ਹੋਇਆ, ਚਾਹੇ ਉਹ ਖੇਤੀਬਾੜੀ ਵਿਭਾਗ ਹੈ ਜਾਂ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ। ਅਸੀਂ ਰਲ ਕੇ ਜਿਹੜੀ ਆ ਉਹ ਰਿਸਰਚ ਕਰਕੇ ਬੜੀਆਂ ਵਧੀਆ ਮਸ਼ੀਨਾਂ ਜਿਹੜੀਆਂ ਉਹ ਤਿਆਰ ਕਰ ਚੁੱਕੇ ਆ, ਤੇ ਜਿਨ੍ਹਾਂ ਦੇ ਨਾਲ ਆਪਾਂ ਇਹ ਪਰਾਲੀ ਜਿਹੜੀ ਆ ਉਹਨੂੰ ਸਾਂਭ ਸਕਦੇ ਹਾਂ ਜੀ। ਜੇ ਮੈਂ ਮਸ਼ੀਨਰੀ ਦੀ ਗੱਲ ਸ਼ੁਰੂ ਕਰਦਾ ਕਿ ਇਹਦੇ 'ਚ ਮੇਨ ਤਾਂ 2 ਤਰੀਕਿਆਂ 'ਚ ਮੈਂ ਇਹਨੂੰ ਵੰਡ ਸਕਦਾ।
ਕਿ ਇੱਕ ਤਾਂ ਤਰੀਕਾ ਉਹ ਹੈ ਕਿ ਉਹ ਮਸ਼ੀਨਾਂ ਵਰਤੀਏ ਜਿਹਦੇ ਨਾਲ ਅਸੀਂ ਪਰਾਲੀ ਜਿਹੜੀ ਹੈ ਉਹ ਆਪਣੇ ਖੇਤ ਤੋਂ ਬਾਹਰ ਕੱਢਣੀ ਚਾਹੁੰਦੇ ਹਾਂ, ਜੇਕਰ ਅਸੀਂ ਚਾਹੁੰਦੇ ਹਾਂ ਜੀ, ਜੋ ਕਿ ਅਸੀਂ ਵੈਸੇ ਖੇਤੀਬਾੜੀ ਵਿਭਾਗ ਵੱਲੋਂ ਇਹ ਨਹੀਂ ਬਹੁਤਾ ਸਿਫਾਰਿਸ਼ ਕਰਦੇ, ਕਿਉਂਕਿ ਪਰਾਲੀ ਜਿਹੜੀ ਆ ਉਹ ਸਾਡੀ ਫਸਲ ਦਾ ਹਿੱਸਾ, ਸਾਡਾ ਉਹਦਾ ਤੱਤ ਪਏ ਆ ਤੇ ਅਸੀਂ ਉਹਨੂੰ ਖੇਤ ਚੋਂ ਕੋਸ਼ਿਸ਼ ਕਰੀਏ ਬਾਹਰ ਨਾ ਕੱਢੀਏ, ਨਹੀਂ ਕਰਨੀ ਪਰ ਚਾਹੀਦੀ। ਜੇ ਫਿਰ ਵੀ ਕਿਸਾਨ ਵੀਰ ਕੋਈ ਚਾਹੁੰਦਾ ਕਿ ਖੇਤ ਤੋਂ ਬਾਹਰ ਲੈ ਕੇ ਜਾਣਾ ਚਾਹੁੰਦੇ ਆ ਤਾਂ ਉਹਦੇ ਵਾਸਤੇ ਸਾਡੇ ਕੋਲੇ ਜਿਹੜੀ ਮਸ਼ੀਨਰੀ ਹੈ ਜੀ ਉਹਨੂੰ ਅਸੀਂ ਕਹਿੰਦੇ ਆ ਬੇਲਰ ਮਸ਼ੀਨ ਹੈ ਜੀ, ਗੰਡਾ ਬਣਾਉਣ ਵਾਲੀ ਮਸ਼ੀਨ ਜਿਹਨੂੰ ਕਹਿ ਦਿੰਦੇ ਆ। ਬੇਲਰ ਤੇ ਰੇਕ ਇਹ ਦੋ ਮਸ਼ੀਨਾਂ ਦਾ ਇੱਕ ਸੈੱਟ ਹੁੰਦਾ ਹੈ ਜੀ, ਤੇ ਇਹ ਬੇਲਰ ਮਸ਼ੀਨ ਦੇ ਨਾਲ ਇਹ ਹੈ ਕਿ ਜਿਹੜੀ ਪਰਾਲੀ ਹੈ ਉਹਨੂੰ ਇਕੱਠੀ ਕਰਕੇ ਇਹ ਮਸ਼ੀਨ ਜਿਹੜੀ ਆ ਪਰਾਲੀ ਨੂੰ ਚੱਕ ਕੇ ਉਹਨੂੰ ਇਕੱਠਾ ਕਰਕੇ ਉਹਦੀਆਂ ਗੰਢਾਂ ਬਣਾ ਕੇ ਸੁੱਟ ਦਿੰਦੀ ਹੈ ਪਿੱਛੇ। ਅੱਛਾ ਡਾਕਟਰ ਸਾਹਿਬ, ਜਦੋਂ ਅਸੀਂ ਜ਼ਮੀਨ 'ਚ ਅਗਰ ਵਾਹੁਣਾ ਹੈ ਪਰਾਲੀ ਨੂੰ ਤੇ ਉਹਦੇ ਵਾਸਤੇ ਮਸ਼ੀਨਾਂ ਬਥੇਰੀਆਂ ਤੁਸੀਂ ਸਿਫਾਰਿਸ਼ ਕਰਦੇ ਹੋ, ਤੁਸੀਂ ਸਬਸਿਡੀ ਦੇ ਕਾਫੀ ਮਸ਼ੀਨਾਂ ਕਿਸਾਨਾਂ ਨੂੰ ਦਿੱਤੀਆਂ, ਤੇ ਜਿਹੜੇ ਸਾਡਾ ਛੋਟਾ ਕਿਸਾਨ ਹੈ ਜਿਹਦੇ ਕੋਲ ਵੱਡੀਆਂ ਮਸ਼ੀਨਾਂ ਨਹੀਂ ਹੈਗੀਆਂ, ਕੀ ਉਹ ਪੁਰਾਣੇ ਸੰਦਾਂ ਦੇ ਜ਼ਰੀਏ ਨਹੀਂ ਪਰਾਲੀ ਨੂੰ ਜ਼ਮੀਨ 'ਚ ਵਾਹ ਸਕਦਾ? ਬਿਲਕੁਲ ਵਾਹਿਆ ਜਾ ਸਕਦਾ ਜੀ, ਕੋਈ ਉਹਦੇ 'ਚ ਬਹੁਤੀ ਸਮੱਸਿਆ ਨਹੀਂ ਆਉਂਦੀ। ਇਹ ਹੈ ਕਿ ਥੋੜਾ ਜਿਹਾ ਜਿਹੜੇ ਜਿੱਦਾਂ ਤਵੀਆਂ ਵਗੈਰਾ ਸਾਡੇ ਕੋਲੇ ਪਹਿਲਾਂ ਹੀ ਆਮ ਪਿੰਡਾਂ ਦੇ ਵਿੱਚ ਉਪਲਬਧ ਹੁੰਦੀਆਂ ਜੀ, ਤੇ ਹੈਰੋ ਉਪਲਬਧ ਹੁੰਦੀਆਂ, ਇਹ ਤੇ ਸਾਰੇ ਕੋਲ ਹੈਗੇ ਨੇ। ਹਾਂ ਬਿਲਕੁਲ ਉਹਨਾਂ ਨਾਲ ਵੀ ਹੈ। ਬਸ ਇਹ ਹੈ ਕਿ ਥੋੜਾ ਜਿਹਾ ਕਿਸਾਨ ਵੀਰਾਂ ਨੂੰ ਮਨ ਬਣਾਉਣ ਦੀ ਗੱਲ ਹੈ ਕਿ ਕਿਸ ਤਰ੍ਹਾਂ ਆਪਾਂ ਮਨ ਬਣਾਉਣਾ ਚਾਹੁੰਦੇ ਹਾਂ। ਜੇਕਰ ਅਸੀਂ ਚਾਹੁੰਦੇ ਹਾਂ, ਹਾਂ ਇੰਨਾ ਜ਼ਰੂਰ ਹੈ ਕਿ ਥੋੜਾ ਬਹੁਤ ਖਰਚਾ ਜਿਹੜਾ ਨਾਰਮਲ ਦੇ ਨਾਲੋਂ ਤੁਹਾਨੂੰ ਥੋੜਾ ਜਿਹਾ ਵੱਧ ਕਰਨਾ। ਕਿੰਨਾ ਕੁ ਵੱਧ ਜਾਂਦਾ? ਬਸ ਜੇ ਤੁਸੀਂ ਲਗਾ ਲਓ ਵੀ ਤੁਸੀਂ 1000 ਤੋਂ 1500 ਰੁਪਈਆ ਸਾਨੂੰ ਜੇ ਵੱਧ ਵੀ ਲੱਗ ਜੇ 1 ਏਕੜ ਪਿੱਛੇ ਜੀ, ਉਹ ਵੱਧ ਦੀ ਵੀ ਮੈਂ ਗੱਲ ਇਹ ਦੱਸਣਾ ਚਾਹੁੰਦਾ ਕਿ ਜੇ ਕਈ ਵਾਰ ਕਿਸਾਨ ਵੀਰਾਂ ਨੂੰ ਲੱਗਦਾ ਕਿ ਉਹ ਸਾਡਾ ਵੱਧ ਲੱਗ ਰਿਹਾ ਜਿਹੜਾ ਨਾਰਮਲ ਦੇ ਨਾਲੋਂ, ਪਰ ਉਹ ਐਕਚੁਅਲੀ ਉਹ ਵੱਧ ਨਹੀਂ ਲੱਗ ਰਿਹਾ, ਉਹ ਜਿਹੜਾ ਲੱਗਿਆ ਹੁੰਦਾ ਉਹਨਾਂ ਨੂੰ ਵਾਪਸ ਮਿਲ ਜਾਂਦਾ, ਉਹ ਅਸਿੱਧੇ ਤਰੀਕੇ ਨਾਲ ਉਹਨਾਂ ਨੂੰ ਵਾਪਸ ਹੀ ਮਿਲ ਜਾਂਦਾ, ਖਰਚਾ ਘਟ ਜਾਂਦਾ ਹੈ। ਬਿਲਕੁਲ ਬਿਜਾਈ ਵੇਲੇ ਖਰਚਾ ਘਟ ਜਾਣਾ ਜੀ ਉਹਨਾਂ ਦਾ। ਔਰ ਜਿਹੜੇ ਉਹਨਾਂ ਦੇ ਤੱਤ ਜਿਹੜੇ ਆ 2-3 ਸਾਲ ਜਦੋਂ ਲਗਾਤਾਰ ਪਰਾਲੀ ਨੂੰ ਉਹ ਮਿੱਟੀ ਦੇ ਵਿੱਚ ਮਿਲਾਉਂਦੇ ਰਹਿਣਗੇ ਤਾਂ ਚੌਥੇ ਸਾਲ ਤੋਂ ਬਾਅਦ ਤਾਂ ਉਹਨਾਂ ਨੂੰ ਜਿਹੜੀ ਆ ਕਾਫੀ ਜਿਹੜੀ ਆ ਉਹ ਤੱਤ ਘੱਟ ਖਰੀਦ ਕੇ ਪਾਉਣੇ ਪੈਣਗੇ। ਸਹੀ ਗੱਲ ਹੈ। ਤੇ ਉਹ ਉਹਨਾਂ ਦਾ ਖਰਚਾ ਜਿਹੜਾ ਉਹ ਸਮੇਂ ਦੇ ਨਾਲ ਹੌਲੀ ਉਹਨਾਂ ਨੂੰ ਵਾਪਸ ਮਿਲਦਾ ਜਾਣਾ ਉਹ ਨਾਲ ਦੀ ਨਾਲ ਹੀ ਜੀ। ਔਰ ਜਿਹੜੀ ਇਸ ਤੋਂ ਬਿਨਾਂ ਉਹ ਆਪਣਾ ਜਿਹੜਾ ਜੇ ਅਸੀਂ ਕਹੀਏ ਕਿ ਆਪਣਾ ਵਾਤਾਵਰਨ ਜਿਹੜਾ ਬਚਾ ਲੈਣਗੇ ਉਹ ਬਹੁਤ ਵੱਡੀ ਚੀਜ਼ ਹੈ, ਬੜੀ ਵੱਡੀ ਨਿਯਮਤ ਹੈ ਜੀ, ਉਹ ਤੇ ਬਹੁਤ ਜ਼ਰੂਰੀ ਹੈ। ਇਹਦੇ 'ਚ ਅਸੀਂ ਵੀ ਸਾਹ ਲੈਣਾ, ਸਾਡੀਆਂ ਫਸਲਾਂ ਨੇ ਵੀ ਲੈਣਾ, ਸਾਡੇ ਬੱਚਿਆਂ ਨੇ ਵੀ ਲੈਣਾ, ਸਾਰਿਆਂ ਨੇ ਸਾਹ ਲੈਣਾ, ਤੇ ਉਹ ਆਪਾਂ ਜ਼ਰੂਰ ਬਚਾ ਸਕਦੇ ਹਾਂ। ਤੇ ਬਾਕੀ ਜਿਹੜੇ ਹਾਦਸਿਆਂ ਦੀ ਗੱਲ ਪਹਿਲਾਂ ਕੀਤੀ ਆਪਾਂ ਉਹ ਬਚਾ ਸਕਦੇ ਹਾਂ। ਔਰ ਜਿਹੜੇ ਸਾਡੇ ਜ਼ਮੀਨ ਦੀ ਆ ਜਿਹੜੀ ਸਿਹਤ ਜਿਹੜੀ ਆ ਜ਼ਮੀਨ ਦੀ ਉਪਜਾਊ ਸ਼ਕਤੀ ਆ ਉਹ ਬਚਾ ਸਕਦੇ ਆ। ਕਿਉਂਕਿ ਅੱਛਾ ਡਾਕਟਰ ਸਾਹਿਬ, ਇੱਕ ਬੇਨਤੀ ਹੋਰ ਸੀ ਕਿ ਦੇਖੋ ਹੁਣ ਮਸ਼ੀਨਾਂ ਤੁਸੀਂ ਬੜੀਆਂ ਦਿੱਤੀਆਂ ਸਾਡੇ ਕਿਸਾਨਾਂ ਨੂੰ, ਅੱਜ ਇਸ ਮਾਧਿਅਮ ਰਾਹੀਂ ਤੁਸੀਂ ਸਾਡੇ ਕਿਸਾਨ ਵੀਰ ਵੀ ਦੱਸੋ ਕਿ ਹੁਣ ਆਮ ਕਿਸਾਨ ਨੂੰ ਮਸ਼ੀਨ ਚਾਹੀਦੀ ਹੈ, ਉਹ ਵਿਚਾਰਾ ਕਿੱਥੋਂ ਮਸ਼ੀਨ ਲੱਭੇ? ਛੋਟਾ ਕਿਸਾਨ ਹੈ, ਮਾਰਜਨਲ ਫਾਰਮਰ ਹੈ, ਤੇ ਮਸ਼ੀਨ ਲੈਣ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ। ਕਈ ਵਾਰੀ ਕਿਸਾਨ ਇਹ ਸ਼ਿਕਾਇਤ ਕਰਦੇ ਨੇ ਮਸ਼ੀਨਾਂ ਦੀ ਹੈਗੀਆਂ ਨਹੀਂ, ਸੋ ਛੋਟਾ ਕਿਸਾਨ ਜਿਹੜਾ ਜਿਹਦੇ ਸੀਮਤ ਸਾਧਨ ਨੇ ਉਹ ਮਸ਼ੀਨ ਕਿੱਥੋਂ ਲੈ ਸਕਦਾ? ਬਿਲਕੁਲ ਹਾਂਜੀ, ਮੈਂ ਪਹਿਲਾਂ ਥੋੜਾ ਜਿਹਾ ਦੱਸਣਾ ਚਾਹੁੰਦਾ ਸੀ ਵੀ ਇਹਦੇ ਚ ਜਿਹੜੀਆਂ ਮਸ਼ੀਨਾਂ ਦੇ ਮੈਂ ਨਾਮ ਇੱਕ ਵਾਰੀ ਲੈ ਦਿੰਦਾ, ਕਿਉਂਕਿ ਕਿਸਾਨ ਵੀਰਾਂ ਨੂੰ ਆਮ ਤੌਰ ਤੇ ਸੁਣਨ ਚ ਮਿਲਦਾ, ਹੈਪੀ ਸੀਡਰ ਦਾ ਨਾਮ ਸੁਣਦੇ ਆ, ਸੁਪਰ ਸੀਡਰ ਮਸ਼ੀਨ ਦਾ ਸੁਣਦੇ ਆ, ਜ਼ੀਰੋ ਟਿਲਡ ਸੁਣਦੇ ਆ, ਮਲਚਰ ਹੈ, ਪੈਡੀ ਸਟਰਾ ਚੌਪਰ ਹੈ, ਪਲਟਾਵਾ ਹਲ ਹੈ। ਇਹ ਸਾਰੀਆਂ ਮਸ਼ੀਨਾਂ ਜਿਹੜੀਆਂ ਇਹ ਪਰਾਲੀ ਨੂੰ ਸਾਂਭਣ ਚ ਸਹਾਈ ਹੋ ਸਕਦੀਆਂ ਜੀ। ਬਿਲਕੁਲ। ਤੇ ਅਸੀਂ ਤਕਰੀਬਨ ਜਿਹੜਾ ਖੇਤੀਬਾੜੀ ਵਿਭਾਗ ਵੱਲੋਂ ਪਿਛਲੇ 3 ਸਾਲਾਂ ਚ 75000 ਦੇ ਤਕਰੀਬਨ ਮਸ਼ੀਨਾਂ ਜਿਹੜੀਆਂ ਉਹ ਅਸੀਂ ਕਿਸਾਨ ਵੀਰਾਂ ਨੂੰ ਪੰਜਾਬ ਦਿਆਂ ਨੂੰ ਸਬਸਿਡੀ ਤੇ ਦੇ ਚੁੱਕੇ ਹਾਂ ਜੀ, ਜਿਹਦੇ ਵਿੱਚੋਂ ਤਕਰੀਬਨ ਅੱਧੇ ਤੋਂ ਜ਼ਿਆਦਾ ਜਿਹੜੀਆਂ 80% ਦੀ ਸਬਸਿਡੀ ਤੇ ਵੀ ਗਈਆਂ ਹੋਈਆਂ, ਜਿਹਦੀਆਂ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਜਾਂ ਹੋਰ ਕਿਸਾਨਾਂ ਦੇ ਗਰੁੱਪਾਂ ਦੇ ਵਿੱਚ। ਪਰ ਅਜੇ ਵੀ ਕਿਸਾਨ ਕਹਿੰਦਾ ਕਈ ਵਾਰੀ ਮਸ਼ੀਨ ਮਿਲਦੀ ਨਹੀਂ ਜੀ। ਮੈਂ ਉਹੀ ਦੱਸਣ ਲੱਗਿਆ ਤੁਹਾਨੂੰ ਕਿ ਉਹਦੇ ਚ ਇਸ ਤਰ੍ਹਾਂ ਹੁੰਦਾ ਜੀ ਕਿ ਕਿਸਾਨ ਵੀਰਾਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਕਿ ਇਹ ਮਸ਼ੀਨ ਜਿਹੜੀ ਆ ਉਹਨਾਂ ਨੂੰ ਕਿੱਥੋਂ ਉਪਲਬਧ ਹੋਵੇਗੀ ਜੀ। ਉਹਦੇ ਵਾਸਤੇ ਅਸੀਂ ਜ਼ਿਲ੍ਹਾ ਪੱਧਰ ਦੇ ਉੱਤੇ ਆਮ ਤੌਰ ਤੇ ਅਸੀਂ ਕਿਤਾਬਚੇ ਵਗੈਰਾ ਛਾਪੇ ਹੁੰਦੇ ਆ ਔਰ ਉਹ ਅਸੀਂ ਬਲਾਕ ਦਫ਼ਤਰਾਂ 'ਚ ਰੱਖੇ ਹੁੰਦੇ ਆ, ਉੱਥੋਂ ਤਾਂ ਦੇਖਿਆ ਹੀ ਜਾ ਸਕਦਾ। ਪਰ ਕਿਉਂਕਿ ਅੱਜ ਕੱਲ੍ਹ ਤਕਨੀਕ ਦਾ ਮਾਧਿਅਮ ਔਰ ਹਰੇਕ ਤੱਕ ਉਹ ਨਹੀਂ ਪਹੁੰਚਾਇਆ ਜਾ ਸਕਦਾ, ਤਾਂ ਉਹਦੇ ਵਾਸਤੇ ਇੱਕ ਅਸੀਂ ਮੋਬਾਈਲ ਦੇ ਉੱਤੇ ਐਪਲੀਕੇਸ਼ਨ ਡਿਵੈਲਪ ਕੀਤੀ ਹੈ ਜੀ ਨਵੀਂ ਜੀ। ਕਿਉਂਕਿ ਮੋਬਾਈਲ ਅੱਜ ਕੱਲ੍ਹ ਹਰੇਕ ਦੇ ਕੋਲੇ ਪਿੰਡਾਂ ਦੇ ਵਿੱਚ ਤਕਰੀਬਨ ਹੈਗੇ ਆ ਸਾਰਿਆਂ ਕੋਲੇ, ਤਾਂ ਮੋਬਾਈਲ ਦੇ ਵਿੱਚ ਇੱਕ ਸਾਡੀ ਮੋਬਾਈਲ ਐਪਲੀਕੇਸ਼ਨ ਹੈ ਜੀ ਜਿਹਦਾ ਨਾਮ ਹੈ ਜੀ ਆਈ ਖੇਤ ਐਪ। ਸਟੋਰ ਤੋਂ ਕੋਈ ਵੀ ਕਿਸਾਨ ਵੀਰ ਫ੍ਰੀ 'ਚ ਡਾਊਨਲੋਡ ਕਰ ਸਕਦਾ, ਕੋਈ ਇਹਦੇ ਵਾਸਤੇ ਪੈਸੇ ਦੇਣ ਦੀ ਲੋੜ ਨਹੀਂ ਹੈ। ਔਰ ਇਹ ਜਦੋਂ ਐਪਲੀਕੇਸ਼ਨ ਡਾਊਨਲੋਡ ਕਰ ਲਏਗਾ ਆਪਣੇ ਫੋਨ ਦੇ ਵਿੱਚ, ਤੇ ਉੱਥੇ ਜਦੋਂ ਉਹ ਕਿਸਾਨ ਵੀਰ ਕੋਈ ਆਪਣਾ ਐਡਰੈਸ ਭਰੇਗਾ ਕਿ ਫਲਾਣੇ ਜ਼ਿਲ੍ਹੇ ਦੇ ਵਿੱਚ ਮੈਂ ਇਸ ਪਿੰਡ ਦੇ ਵਿੱਚ ਰਹਿਣਾ, ਤਾਂ ਉਹ ਜਦੋਂ ਸਰਚ ਮਾਰੇਗਾ ਕਿਸੇ ਵੀ ਇੱਕ ਮਸ਼ੀਨ ਦੀ, ਜੇ ਉਹਨੂੰ ਹੈਪੀ ਸੀਡਰ ਚਾਹੀਦਾ ਤਾਂ ਉਹਨੂੰ ਆਪਣੇ ਉਸ ਲੋਕੇਸ਼ਨ ਤੋਂ ਆਪਣੇ ਆਪ ਫੋਨ ਜਿਹੜਾ ਨੇੜੇ ਤੇੜੇ ਦੇ 20 ਕਿਲੋਮੀਟਰ ਦੇ ਵਿੱਚ ਜਿਹੜੀਆਂ ਵੀ ਮਸ਼ੀਨਾਂ ਉਪਲਬਧ ਹੈਗੀਆਂ ਉਹ ਸਾਰੀਆਂ ਦੀ ਲੋਕੇਸ਼ਨ ਵਗੈਰਾ ਤੇ ਨਾਲ ਉਹਨਾਂ ਸਾਰਿਆਂ ਦੇ ਨਾਮ ਤੇ ਫੋਨ ਨੰਬਰ ਕਿਸਾਨਾਂ ਦੇ। ਇਹ ਅੰਗਰੇਜ਼ੀ ਚ ਐਪ ਹੁੰਦੀ? ਅੰਗਰੇਜ਼ੀ ਚ ਨਹੀਂ, ਇੰਗਲਿਸ਼ ਦੇ ਵਿੱਚ ਵੀ ਹੈ ਜੀ, ਪੰਜਾਬੀ ਦੇ ਵਿੱਚ ਵੀ। ਅੱਛਾ, ਜੇ ਕਿਸਾਨ ਵੀਰ ਕੋਈ ਪੰਜਾਬੀ ਚ ਕਰਨਾ ਚਾਹੁੰਦਾ ਇਹਨੂੰ ਪੰਜਾਬੀ ਚ ਵੀ ਹੋ ਜਾਂਦਾ, ਦੋਨਾਂ ਤਰੀਕਿਆਂ ਨਾਲ ਵਰਤਿਆ ਜਾ ਸਕਦਾ, ਪੰਜਾਬੀ ਇੰਗਲਿਸ਼। ਤੇ ਮੈਂ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਇਹ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰਨ ਤੇ ਇਹਨੂੰ ਵੱਧ ਤੋਂ ਵੱਧ ਵਰਤਣ, ਤਾਂ ਕਿ ਉਹਨਾਂ ਨੂੰ ਪਤਾ ਵੀ ਲੱਗੇ ਕਿ ਸਾਡੇ ਨੇੜੇ ਤੇੜੇ ਕਿੱਥੇ ਮਸ਼ੀਨ ਉਪਲਬਧ ਹੈ। ਤੇ ਕਿਰਾਏ ਤੇ ਮਿਲਦੀਆਂ ਮਸ਼ੀਨਾਂ ਫਿਰ?
ਬਿਲਕੁਲ ਜੀ ਬਿਲਕੁਲ। ਇਹ ਜਿਹੜੀ ਹੈ ਇਹਨਾਂ ਦੇ ਵਿੱਚ ਉਹ ਜਿਨ੍ਹਾਂ ਨੇ ਮਸ਼ੀਨ ਦੇਣੀ ਆ ਉਹ ਆਪਣਾ ਕਿਰਾਇਆ ਵੀ ਫਿਕਸ ਕਰ ਲੈਂਦੇ ਆ ਤੇ ਮਸ਼ੀਨ ਜਿਹੜੀ ਆ ਉਹ ਕਿਰਾਏ ਤੇ ਮਿਲਦੀ ਹੈ। ਤੇ ਮੈਂ ਇੱਕ ਖਾਸ ਤੌਰ ਤੇ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਛੋਟੇ ਕਿਸਾਨ ਵੀਰ ਹੈ ਜਿਨ੍ਹਾਂ ਨੂੰ ਅਸੀਂ ਸਮਾਲ ਐਂਡ ਮਾਰਜਨਲ ਕਹਿ ਦਿੰਦੇ ਆ, 2.5 ਏਕੜ ਤੱਕ ਦੇ ਤੇ 5 ਏਕੜ ਤੱਕ ਦੇ ਕਿਸਾਨ ਵੀਰ ਜੀ, ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਖਾਸ ਛੋਟ ਦਿੱਤੀ ਗਈ ਹੈ ਕਿ ਉਹ ਜੇ ਕਿਸੇ ਵੀ ਕੋਆਪਰੇਟਿਵ ਸੁਸਾਇਟੀ ਤੋਂ ਜਾਂ ਕਿਸਾਨਾਂ ਦੇ ਗਰੁੱਪ ਤੋਂ ਮਸ਼ੀਨ ਦੀ ਕਿਰਾਏ ਤੇ ਲੈਂਦੇ ਆ ਤਾਂ ਉਹਨਾਂ ਨੂੰ ਜਿਹੜਾ ਮਸ਼ੀਨ ਦਾ ਕਿਰਾਇਆ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ। ਉਹਨਾਂ ਨੂੰ ਫ੍ਰੀ ਆਫ ਕਾਸਟ ਮਸ਼ੀਨ ਮਿਲੇਗੀ। ਸਿਰਫ ਉਹਨਾਂ ਨੇ ਟਰੈਕਟਰ ਦੇ ਜਿਹੜੇ ਉਹਨਾਂ ਦਾ ਡੀਜ਼ਲ ਦਾ ਖਰਚਾ ਵਗੈਰਾ ਆਏਗਾ ਉਹ ਦੇਣਾ ਹੁੰਦਾ ਉਹਨਾਂ ਦੇ ਵਿੱਚ ਜੀ। ਅੱਛਾ ਇੰਜੀਨੀਅਰ ਅਮਨਪ੍ਰੀਤ ਸਿੰਘ ਕਈ ਜੀ, ਇੱਕ ਆਖਰੀ ਸਵਾਲ ਕਿ ਸਰਵਉੱਚ ਅਦਾਲਤ ਜਿਹਨੂੰ ਆਪਾਂ ਸੁਪਰੀਮ ਕੋਰਟ ਵੀ ਕਹਿੰਦੇ ਆ, ਉਹਨਾਂ ਨੇ ਕੋਈ ਸਜ਼ਾ ਇਧਰ ਦੀ ਰੱਖੀ ਹੈ ਕਿਉਂਕਿ ਇਹਨੂੰ ਗੈਰ ਕਾਨੂੰਨੀ ਮੰਨਿਆ ਗਿਆ ਹੈ ਕਿ ਆਪਾਂ ਪਰਾਲੀ ਨੂੰ ਜਦੋਂ ਅੱਗ ਲਾਉਂਦੇ ਆ ਤੇ ਇਸ ਵਾਸਤੇ ਕਿਸਾਨਾਂ ਨੂੰ ਜਾਗਰੂਕਤਾ ਜ਼ਰੂਰ ਹੋਣੀ ਚਾਹੀਦੀ ਆ ਕਿ ਕੀ ਸਜ਼ਾ ਉਹਨਾਂ ਨੇ ਮਿੱਥੀ ਹੈ। ਦੇਖੋ ਜੀ, ਗੱਲ ਇਹ ਕਿ ਅਸੀਂ ਤਾਂ ਕਿਸਾਨ ਵੀਰਾਂ ਨੂੰ ਇਹੀ ਕਹਿੰਦੇ ਆ ਕਿ ਇਹ ਆਪਾਂ ਉਸ ਜੁਰਮਾਨੇ ਵਾਲੇ ਪਾਸੇ ਨੂੰ ਨਾ ਜਾਈਏ ਬਿਲਕੁਲ ਵੀ ਨਾ। ਅਸੀਂ ਵੀ ਖੇਤੀਬਾੜੀ ਵਿਭਾਗ ਵੱਲੋਂ ਵੀ ਇਹ ਨਹੀਂ ਚਾਹੁੰਦੇ, ਪਰ ਸਜ਼ਾ ਜਿਹੜੀ ਉਹਦੇ ਵਿੱਚ ਇਸ ਤਰ੍ਹਾਂ ਕਿ ਉਹਦੇ ਵਿੱਚ এনवायरमेंट ਕੰਪਨਸੇਸ਼ਨ ਕਹਿੰਦੇ ਆ ਜੀ, ਜਿਹਨੂੰ ਅਸੀਂ ਜੁਰਮਾਨਾ ਕਹਿ ਸਕਦੇ ਆ ਜੀ। ਕਿਉਂਕਿ ਜਿਹੜਾ ਕਿਸਾਨ ਕੋਈ ਅੱਗ ਲਗਾ ਰਿਹਾ ਤਾਂ ਉਹ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਿਹਾ ਤੇ ਉਹਦਾ এনवायरमेंट ਕੰਪਨਸੇਸ਼ਨ ਤੋਂ ਕਿਸਾਨ ਤੋਂ ਲਿਆ ਜਾ ਸਕਦਾ। ਉਹ ਤਕਰੀਬਨ ਜਿਹੜਾ 2.5 ਏਕੜ ਤੱਕ ਦੀ ਜੇ ਕੋਈ ਕਿਸਾਨ ਵੀਰ ਅੱਗ ਲਗਾਉਂਦਾ ਤਾਂ ਉਹਨੂੰ 2000 ਰੁਪਏ ਜੁਰਮਾਨਾ ਹੋ ਸਕਦਾ ਜੀ, ਤੇ ਜੇ 5 ਏਕੜ ਤੱਕ ਦਾ ਅੱਗ ਲਗਾ ਰਿਹਾ ਤਾਂ 5000 ਰੁਪਏ ਜੀ, ਤੇ ਜੇ ਉਸ ਤੋਂ ਵੱਧ ਅੱਗ ਲੱਗਦੀ ਹੈ ਤਾਂ ਇੱਕ ਵਾਰੀ ਲਗਾਉਣ ਤੇ 15000 ਰੁਪਏ ਤੱਕ ਜੁਰਮਾਨਾ ਹੋ ਸਕਦਾ ਜੀ। ਤੇ ਇਸ ਤੋਂ ਇਲਾਵਾ ਜਿਹੜੀ ਹੈ ਕਿਸਾਨ ਵੀਰਾਂ ਨੂੰ ਇਹ ਵੀ ਹੈ ਕਿ ਜੇ ਕੋਈ ਕਿਸਾਨ ਵੀਰ ਅੱਗ ਲਗਾਉਂਦਾ ਹੈ ਤਾਂ ਉਹਦੀ ਜਿਹੜੀ ਪਟਵਾਰੀਆਂ ਵੱਲੋਂ ਜੀ ਉਹਦੇ ਲੈਂਡ ਰਿਕਾਰਡ ਦੇ ਵਿੱਚ ਉਹਦੀ ਰੈਟ ਐਂਟਰੀ ਵੀ ਕੀਤੀ ਜਾ ਸਕਦੀ ਹੈ, ਜਿਹੜੀ ਕਿ ਫਿਰ ਬਾਅਦ ਦੇ ਵਿੱਚ ਆਪਾਂ ਨੂੰ ਕਿਸੇ ਵੇਲੇ ਮੁਸ਼ਕਲ। ਮੈਂ ਕਹਿੰਦਾ ਕਈ ਸਾਹਿਬ ਇਹ ਨੌਬਤ ਆਣੀ ਨਹੀਂ ਚਾਹੀਦੀ। ਦੇਖੋ ਆਪਾਂ ਆਪਣਾ ਫਰਜ਼ ਸਮਝੀਏ ਰੰਗਾ ਸਿੰਘ ਜੀ, ਪਰ ਫਿਰ ਵੀ ਕਿਸਾਨਾਂ ਨੂੰ ਡਰ ਹੋਣਾ ਚਾਹੀਦਾ ਕਿ ਮੈਨੂੰ ਜੁਰਮਾਨਾ ਹੋ ਸਕਦਾ। ਡਰ ਤੇ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਕਾਨੂੰਨ ਹੈ, ਮਾਨਯੋਗ ਤੁਸੀਂ ਅਦਾਲਤ ਦਾ ਜ਼ਿਕਰ ਕੀਤਾ ਹੈ, ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਤੇ ਉਹਨਾਂ ਨੇ ਦੇਖੋ ਹਮੇਸ਼ਾ ਇਹ ਕਿਹਾ ਕਿ ਕਿਸਾਨ ਜਿਹੜਾ ਹੈ ਉਹਨੂੰ ਸਹੂਲਤਾਂ ਵੀ ਮਿਲਣ ਤੇ ਕਿਸਾਨ ਜੇ ਗਲਤੀ ਕਰਦਾ ਹੈ ਤੇ ਕਿਸਾਨ ਉਹਨੂੰ ਉਹਦਾ ਨੁਕਸਾਨ ਭੁਗਤਣਾ ਪੈਂਦਾ ਹੀ ਹੈ। ਦੇਖੋ ਇੱਕ ਤੇ এনवायरमेंट ਨੂੰ ਆਪਾਂ ਖਰਾਬ ਕਰਨੀ ਤੇ ਮੈਨੂੰ ਆਪ ਹੀ ਭੁਗਤਣਾ ਪੈਣਾ। ਸੋ ਕਈ ਸਾਹਿਬ ਬਿਲਕੁਲ ਤੁਸੀਂ ਬਤੌਰ ਮਹਿਕਮੇ ਜ਼ਰਾਇਤ ਚ ਕੰਮ ਕਰਨ ਡਏ ਹੋ ਔਰ ਮੈਂ ਸਮਝਦਾ ਵਧਾਈ ਦੇ ਪਾਤਰ ਹੋ, ਬੜੀ ਮਿਹਨਤ ਕਰਨ ਡਏ ਹੋ ਔਰ ਇਹ ਮਿਹਨਤ ਇਸੇ ਤਰ੍ਹਾਂ ਬਰਕਰਾਰ ਰੱਖੋ, ਕਿਸਾਨਾਂ ਨੂੰ ਜਾਗਰੂਕ ਕਰੋ ਤਾਂ ਕਿ ਇਹ ਜਿਹੜੀ ਪਰਾਲੀ ਹੈ ਜ਼ਮੀਨ ਦਾ ਸਰਮਾਇਆ ਹੈ ਇਹਦੀ ਜ਼ਮੀਨ 'ਚ ਵਾਇਆ ਜਾਵੇ। ਦੇਖੋ ਸਾਰੇ ਪੰਜਾਬ ਦੀ ਜਿਹੜੀ ਖੁਸ਼ਹਾਲੀ 'ਚ ਲੁਕੀ ਹੈ। ਬਹੁਤ ਬਹੁਤ ਤੁਹਾਡੀ ਮਿਹਰਬਾਨੀ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ।